So students, here in this video we are going to discuss the complete process of recombinant DNA technology, right? Or the various steps that are involved in recombinant DNA technology, right? बेटा ਅਸੀਂ already ਕਾਫੀ ਹੱਦ ਤੱਕ ਪੜ੍ਹ ਚੁੱਕੇ ਹਾਂ ਵੈਕਟਰਸ ਕੀ ਨੇ, ਕੰਪੀਟੈਂਟ ਹੋਸਟ ਕੀ ਹੈ, ਫੋਰਨ ਜੀਨ ਆਫ ਇੰਟਰਸਟ ਅਸੀਂ ਕਿਵੇਂ ਵੈਕਟਰ ਦੇ ਵਿੱਚ ਇਨਸਰਟ ਕਰਦੇ ਹਾਂ, ਵਾਟ ਆਰ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮਸ ਐਂਡ ਸੋ ਔਨ। ਹੁਣ ਅਸੀਂ ਉਸ ਪ੍ਰੋਸੈਸ ਨੂੰ ਕੰਪਲੀਟ ਇੱਕ ਇਸ ਸਟੈਪਸ ਕਿਸ ਤਰੀਕੇ ਨਾਲ ਇਹ ਚੱਲਦੇ ਨੇ, ਇਹ ਕੰਪਲੀਟ ਸਟੈਪਸ ਅਸੀਂ ਡਿਸਕਸ ਕਰਨੇ ਨੇ। ਔਰ ਇਨ ਦਿਸ ਵੀਡੀਓ ਓਨਲੀ ਅਸੀਂ ਇਸੇ ਵੀਡੀਓ ਦੇ ਵਿੱਚ ਹੀ ਜਿਹੜੀ ਫੋਰਨ ਜੀਨ ਆਫ ਇੰਟਰਸਟ ਜਾਂ DNA ਹੈ ਉਹਨੂੰ ਕੱਟ ਕਰਕੇ ਉਹਦੀਆਂ ਫਰੈਗਮੈਂਟਸ ਨੂੰ ਕਿਵੇਂ ਸੈਪਰੇਟ ਕਰਦੇ ਹਾਂ, ਉਹ ਇੱਕ ਪ੍ਰੋਸੈਸ ਹੈ ਐਗਰੋਸ ਜੈਲ ਇਲੈਕਟ੍ਰੋਫੋਰੈਸਿਸ ਦਾ, ਉਹ ਅਸੀਂ ਇसी ਵੀਡੀਓ ਦੇ ਵਿੱਚ ਕੰਪਲੀਟ ਡਿਟੇਲ 'ਚ ਕਰਾਂਗੇ, ਰਾਈਟ। ਸੋ ਕੰਪਲੀਟ ਪ੍ਰੋਸੈਸ ਆਫ ਰੀਕੋਂਬੀਨੈਂਟ DNA ਟੈਕਨੋਲੋਜੀ ਸਟੂਡੈਂਟਸ 7 ਮੇਨ ਸਟੈਪਸ ਦੇ ਵਿੱਚ ਚੱਲਦਾ ਹੈ। ਸਭ ਤੋਂ ਪਹਿਲਾਂ ਆਈਸੋਲੇਸ਼ਨ ਆਫ DNA, ਜਿਹਦਾ DNA ਆ, ਜਿਹੜਾ ਜੀਨ ਆਫ ਇੰਟਰਸਟ ਅਸੀਂ ਲੈਣਾ, ਉਹ ਜਿਸ ਆਰਗੈਨਿਜ਼ਮ ਦੇ DNA ਤੋਂ ਲੈਣਾ ਜਾਂ ਜਿਸ ਸੈੱਲ ਦੇ DNA ਤੋਂ ਲੈਣਾ, ਅਸੀਂ ਉਸ ਤੋਂ ਪਹਿਲਾਂ DNA ਨੂੰ ਆਈਸੋਲੇਟ ਕਰਦੇ ਹਾਂ। ਫਿਰ ਉਸ DNA ਨੂੰ ਅਸੀਂ ਕੱਟ ਕਰਦੇ ਹਾਂ ਇਨਟੂ ਫਰੈਗਮੈਂਟਸ, ਰਾਈਟ, ਬਾਈ ਯੂਜ਼ਿੰਗ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ। ਦੈਨ ਵੀ ਸੈਪਰੇਟ ਦੋਜ਼ ਫਰੈਗਮੈਂਟਸ, ਰਾਈਟ। ਉਹ ਪ੍ਰੋਸੈਸ ਅਸੀਂ ਪੜ੍ਹਾਂਗੇ ਹੁਣ ਐਗਰੋਸ ਜੈਲ ਇਲੈਕਟ੍ਰੋਫੋਰੈਸਿਸ। ਦੈਨ ਜਿਹੜਾ ਸੈਪਰੇਟ ਕਰਨ ਤੋਂ ਬਾਅਦ ਜਿਹੜਾ ਡਿਜ਼ਾਇਰਡ ਫਰੈਗਮੈਂਟ ਹੈ, ਅਸੀਂ ਉਹਨੂੰ ਲੈਂਦੇ ਹਾਂ, ਉਹਨੂੰ ਵੈਕਟਰ ਦੇ ਵਿੱਚ ਇਨਸਰਟ ਕਰਾ ਦਿੰਦੇ ਹਾਂ। ਫਿਰ ਉਹ ਜਿਹੜਾ ਰੀਕੋਂਬੀਨੈਂਟ DNA ਬਣ ਜਾਂਦਾ, ਉਹਦੀ ਕਾਪੀਜ਼ ਬਣਾਉਂਦੇ, ਐਂਪਲੀਫਿਕੇਸ਼ਨ ਕਰਦੇ ਬਾਈ PCR। ਈਵਨ ਅਸੀਂ ਆਪਣੀ ਨੈਕਸਟ ਵੀਡੀਓ ਦੇ ਵਿੱਚ PCR ਵੀ ਪੋਲੀਮਰੇਜ਼ ਚੇਨ ਰਿਐਕਸ਼ਨ, ਜਿਹਦੇ 'ਚ ਅਸੀਂ ਮਲਟੀਪਲ ਕਾਪੀਜ਼ ਬਣਾਉਂਦੇ, ਐਂਪਲੀਫਿਕੇਸ਼ਨ ਕਰਦੇ, ਉਹ ਵੀ ਡਿਟੇਲ 'ਚ ਪੜ੍ਹਨਾ ਹੈ। ਫਿਰ ਉਹ ਰੀਕੋਂਬੀਨੈਂਟ DNA ਨੂੰ ਅਸੀਂ ਕਿਹਦੇ 'ਚ ਇਨਸਰਟ ਕਰਾ ਦਿੰਦੇ, ਇਨਟੂ ਦਾ ਹੋਸਟ ਦੇ ਵਿੱਚ ਜਾ ਕੇ ਉਹ ਐਕਸਪ੍ਰੈਸ ਕਰਦਾ ਹੈ, ਉਹ ਵਾਲਾ ਜੀਨ ਆਫ ਇੰਟਰਸਟ ਪ੍ਰੋਡਕਟ ਬਣਾਉਂਦਾ ਹੈ। ਦੈਨ ਉਸ ਪ੍ਰੋਡਕਟ ਨੂੰ ਅਸੀਂ ਕਿਵੇਂ ਨਿਕਾਲਦੇ ਹਾਂ ਅਤੇ ਮਾਰਕੀਟਿੰਗ ਵਗੈਰਾ ਕਰਦੇ ਹਾਂ, ਕਮਰਸ਼ੀਅਲਾਈਜ਼ ਕਰਦੇ ਹਾਂ, ਵੀਲ ਡਿਸਕਸ ਇਟ ਲੇਟਰ ਔਨ। ਮੇਨਲੀ ਸਭ ਤੋਂ ਪਹਿਲਾਂ ਰੀਕੋਂਬੀਨੈਂਟ DNA 'ਚ ਟੈਕਨੋਲੋਜੀ 'ਚ ਸਾਨੂੰ ਕੀ ਕਰਨਾ, ਆਈਸੋਲੇਸ਼ਨ ਆਫ DNA। ਸੋ DNA ਅਸੀਂ ਇਹ ਪੜ੍ਹ ਚੁੱਕੇ ਹਾਂ ਆਲਰੇਡੀ ਕਿ DNA ਨੂੰ ਆਈਸੋਲੇਟ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਸੈੱਲ ਦੀ ਸੈੱਲ ਵਾਲ ਤੋੜਨੀ ਪੈਂਦੀ ਹੈ। ਸੋ ਜੇ ਬੈਕਟੀਰੀਆ 'ਚੋਂ ਤੁਸੀਂ DNA ਕੱਢਣਾ ਹੈ ਤਾਂ ਲਾਈਸੋਜ਼ਾਈਮ ਐਂਜ਼ਾਈਮ ਯੂਜ਼ ਕਰੋ ਉਹਦੀ ਸੈੱਲ ਵਾਲ ਨੂੰ ਬ੍ਰੇਕ ਕਰਨ ਲਈ। ਪਲਾਂਟ ਸੈੱਲ ਦੇ ਵਿੱਚ ਸੈਲੂਲੇਜ਼, ਫੰਗਸ ਦੇ ਵਿੱਚ ਕਾਈਟੀਨੇਜ਼ ਐਂਡ ਸੋ ਔਨ, ਹੋਰ ਵੀ ਐਂਜ਼ਾਈਮਸ ਹੁੰਦੀਆਂ ਨੇ, ਰਾਈਟ। ਸੋ ਬੇਟਾ ਇੱਕ ਹੋਰ ਗੱਲ, ਜਿਹੜੇ ਅਸੀਂ DNA ਦੇ ਵਿੱਚ ਜੀਨਸ ਪ੍ਰੈਜ਼ੈਂਟ ਨੇ, ਸਾਨੂੰ ਇੰਨਾ ਵੀ ਪਤਾ ਹੈ ਕਿ ਜਿਹੜਾ DNA ਹੈ, ਸਪੈਸ਼ਲੀ ਇਨ ਕੇਸ ਆਫ ਯੂਕੈਰੀਓਟਸ, ਉਹ ਪੈਕੇਜਡ ਹੋਇਆ ਹੁੰਦਾ ਵਿਦ ਦਾ ਹੈਲਪ ਆਫ ਹਿਸਟੋਨ ਪ੍ਰੋਟੀਨਸ। ਆਮ ਸੌਰੀ, ਹਿਸਟੋਨ ਪ੍ਰੋਟੀਨਸ ਐਂਡ ਕੁਝ RNA ਮੋਲੈਕਿਊਲਸ ਵੀ ਉਹਦੇ ਨਾਲ ਲੱਗੇ ਹੁੰਦੇ ਨੇ। ਸੋ ਉਹਨਾਂ ਨੂੰ ਵੀ ਜੇ ਤੁਸੀਂ ਸੈਪਰੇਟ ਕਰਨਾ, ਪ੍ਰੋਟੀਨ ਨੂੰ ਸੈਪਰੇਟ ਕਰਨ ਲਈ ਪ੍ਰੋਟੀਏਜ਼ ਅਤੇ RNA ਨੂੰ ਸੈਪਰੇਟ ਕਰਨ ਲਈ ਰਾਈਬੋਨਿਊਕਲੀਅਸ। ਕਹਿਣ ਦਾ ਮਤਲਬ what I need is I just need DNA। ਐਂਡ ਵਨ ਮੋਰ ਥਿੰਗ ਬੇਟਾ, DNA ਜਦੋਂ ਮਿਕਸਚਰ ਦੇ ਵਿੱਚ ਹੁਣ ਅਸੀਂ ਕੱਢਣਾ ਹੈ ਨਾ ਬਾਹਰ, ਤਾਂ ਚਿਲਡ ਇਥੇਨੋਲ ਪਾਣੀ ਪੈਂਦੀ ਹੈ। ਉਹ ਚਿਲਡ ਇਥੇਨੋਲ ਪਾਉਣ ਦੇ ਨਾਲ, ਐਲਕੋਹਲ ਪਾਉਣ ਦੇ ਨਾਲ DNA ਪ੍ਰੈਸੀਪੀਟੇਟ ਕਰ ਜਾਂਦਾ, ਸੈਪਰੇਟ ਹੋ ਜਾਂਦਾ, ਅਸੀਂ ਉਹ 'ਚੋਂ DNA ਨੂੰ ਫਿਰ ਕੱਢ ਲੈਂਦੇ ਹਾਂ, ਠੀਕ ਹੈ ਬੇਟਾ। ਸੋ ਇਹ ਸੀ ਸਾਡੇ ਕੋਲ ਆਈਸੋਲੇਸ਼ਨ ਆਫ DNA। ਮੇਨ ਅਸੀਂ ਅੱਗੇ ਕੀ ਕਰਨਾ ਹੈ, DNA ਤਾਂ ਸੈਪਰੇਟ ਹੋ ਗਿਆ, ਠੀਕ ਹੈ ਜੀ। ਸੋ DNA ਬੇਟਾ ਸੈਪਰੇਟ ਹੋਣ ਤੋਂ ਬਾਅਦ ਨੈਕਸਟ ਅਸੀਂ ਕੀ ਕਰਨਾ, ਸਾਨੂੰ ਪੂਰਾ DNA ਨਹੀਂ ਚਾਹੀਦਾ। ਵੀ ਜਸਟ ਨੀਡ ਅ ਸਮੋਲ ਪੀਸ ਆਫ DNA ਔਰ ਅ ਸਮੋਲ ਫਰੈਗਮੈਂਟ ਆਫ DNA ਜਿਹਦੇ 'ਚ ਸਾਡਾ ਜੀਨ ਆਫ ਇੰਟਰਸਟ ਹੈ। ਸੋ ਅਸੀਂ ਕੀ ਕਰਦੇ ਹਾਂ, ਜਿਹੜਾ DNA ਨੂੰ ਕੱਟ ਕਰਵਾਉਂਦੇ ਹਾਂ ਵਿਦ ਦਾ ਹੈਲਪ ਆਫ ਰਿਸਟ੍ਰਿਕਸ਼ਨ ਐਂਜ਼ਾਈਮਸ ਔਰ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ, ਰਾਈਟ। ਹੁਣ ਉਹ ਜਿਹੜੀਆਂ ਕਿੰਨੀਆਂ ਸਾਰੀਆਂ ਬੇਟਾ ਫਰੈਗਮੈਂਟਸ ਕੱਟ ਹੋ ਗਈਆਂ, ਅਸੀਂ ਉਹਨੂੰ ਸੈਪਰੇਟ ਕਰਨਾ ਬਾਈ ਯੂਜ਼ਿੰਗ ਦਾ ਮੈਥਡ ਨੋਨ ਐਜ਼ ਐਗਰੋਸ ਜੈਲ ਇਲੈਕਟ੍ਰੋਫੋਰੈਸਿਸ। ਉਹ ਅਸੀਂ ਹੁਣ ਡਿਟੇਲ 'ਚ ਪੜ੍ਹਨ ਜਾ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ। ਐਗਰੋਸ ਜੈਲ ਇਲੈਕਟ੍ਰੋਫੋਰੈਸਿਸ ਕਰਨ ਤੋਂ ਬਾਅਦ ਕੀ ਹੋਏਗਾ, DNA ਸੈਪਰੇਟ ਹੋ ਜਾਊਗਾ ਫਰੈਗਮੈਂਟਸ, DNA ਫਰੈਗਮੈਂਟਸ, ਜਿਹੜੀ ਫਰੈਗਮੈਂਟ ਸਾਨੂੰ ਚਾਹੀਦੀ ਹੈ ਉਹ ਫਿਰ ਅਸੀਂ ਅੱਗੇ ਵੈਕਟਰ ਦੇ ਵਿੱਚ ਇਨਸਰਟ ਕਰਾਵਾਂਗੇ, ਰਾਈਟ। ਸੋ ਬੇਟਾ ਅਸੀਂ ਹੁਣ ਕਰਨ ਕੀ ਜਾ ਰਹੇ ਹਾਂ ਇਨ ਡਿਟੇਲ, ਕਿ ਜਿਹੜੀਆਂ ਅਸੀਂ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਨਾਲ ਕਿੰਨੀਆਂ ਸਾਰੀਆਂ ਫਰੈਗਮੈਂਟਸ ਕੱਟ ਕਰਕੇ ਬਣਾਈਆਂ, ਉਹ ਫਰੈਗਮੈਂਟਸ ਨੂੰ ਸੈਪਰੇਟ ਕਰਨਾ ਅਤੇ ਜਿਹੜੀ ਸਾਡੀ ਡਿਜ਼ਾਇਰਡ ਫਰੈਗਮੈਂਟ ਹੈ ਜਿਹਦੇ 'ਚ ਜੀਨ ਆਫ ਇੰਟਰਸਟ ਹੈ ਉਹਨੂੰ ਨਿਕਾਲਣਾ, ਰਾਈਟ। ਸੋ ਵਾਟ ਐਕਚੁਅਲੀ ਇਜ਼ ਦ ਮੀਨਿੰਗ ਆਫ ਦ ਟਰਮ ਜੈਲ ਇਲੈਕਟ੍ਰੋਫੋਰੈਸਿਸ ਬੇਟਾ। ਜੈਲ ਇਲੈਕਟ੍ਰੋਫੋਰੈਸਿਸ ਦਾ ਮਤਲਬ ਹੈ, ਜੈਲ ਮੀਨਸ ਜੈਲੀ ਲਾਈਕ ਸਬਸਟੈਂਸ, ਜਿਹਨੂੰ ਅਸੀਂ ਹੁਣ ਯੂਜ਼ ਕਰਨ ਜਾ ਰਹੇ ਹਾਂ ਬੇਟਾ। ਇਲੈਕਟ੍ਰੋਫੋਰੈਸਿਸ ਦਾ ਇਲੈਕਟ੍ਰੋ ਮੀਨਸ ਇਲੈਕਟ੍ਰੀਸਿਟੀ ਅਪਲਾਈ ਕਰਨਾ, ਫੋਰੈਸਿਸ ਮੀਨਸ ਮੂਵਮੈਂਟ।
ਸੋ ਇਸ ਟੈਕਨੀਕ ਦੇ ਵਿੱਚ ਅਸੀਂ ਕਰਦੇ ਕੀ ਹਾਂ, ਵੈਸੇ ਨਾਟ ਓਨਲੀ DNA, ਅਸੀਂ RNA ਤੇ ਪ੍ਰੋਟੀਨ ਨੂੰ ਵੀ ਸੈਪਰੇਟ ਕਰ ਸਕਦੇ ਹਾਂ ਬਾਏ ਅਪਲਾਈਂਗ ਇਲੈਕਟ੍ਰਿਕ ਕਰੰਟ ਔਰ ਇਲੈਕਟ੍ਰਿਕ ਫੀਲਡ, ਠੀਕ ਹੈ। ਸੋ ਦੈਟ ਅਸੀਂ ਕਿਵੇਂ ਸੈਪਰੇਟ ਕਰਾਂਗੇ, ਔਨ ਦਾ ਬੇਸਿਸ ਆਫ ਦੇਅਰ ਚਾਰਜ, ਆਮ ਸੌਰੀ ਔਨ ਦਾ ਬੇਸਿਸ ਆਫ ਦੇਅਰ ਸਾਈਜ਼ ਦੇ ਬੇਸ 'ਤੇ ਕਰਾਂਗੇ, ਔਰ ਉਹਨਾਂ 'ਤੇ ਕੁਛ, ਉਹਨਾਂ ਫਰੈਗਮੈਂਟਸ 'ਤੇ ਕੁਛ ਨਾ ਕੁਛ ਚਾਰਜ ਹੋਏਗਾ ਅਤੇ ਉਹ ਆਪੋਜ਼ਿਟ ਡਾਇਰੈਕਸ਼ਨ 'ਚ ਮੂਵ ਕਰਨਗੇ। ਫੋਰ ਐਗਜ਼ਾਮਪਲ DNA 'ਤੇ ਨੈਗੇਟਿਵ ਚਾਰਜ ਹੈ, ਤਾਂ ਕਿੱਧਰ ਵੱਲ ਨੂੰ ਮੂਵ ਕਰੇਗੀ, ਪੋਜ਼ੀਟਿਵ ਇਲੈਕਟ੍ਰੋਡ ਵੱਲ। ਉਹ ਆਪਾਂ ਦੇਖਾਂਗੇ ਹੁਣੇ। ਬਸ ਜਸਟ ਅਸੀਂ ਇੱਥੇ ਦੇਖਣਾ ਕਿ ਇਲੈਕਟ੍ਰੋਫੋਰੈਸਿਸ ਕੀ ਹੈ, ਇਹਨਾਂ ਮੋਲੈਕਿਊਲਸ ਦੀ ਮੂਵਮੈਂਟ DNA RNA ਪ੍ਰੋਟੀਨ ਦੀ ਔਨ ਦਾ ਬੇਸਿਸ ਆਫ ਦੇਅਰ ਸਾਈਜ਼। ਉਹ ਤਾਂ ਬੇਟਾ ਸਾਨੂੰ ਪਤਾ ਹੀ ਹੈ, ਜਿੰਨਾ ਛੋਟਾ ਸਾਈਜ਼ ਹੋਏਗਾ ਉਨੀ ਜ਼ਿਆਦਾ ਦੂਰ ਤੱਕ ਕੋਈ ਚੀਜ਼ ਮੂਵ ਕਰਦੀ ਹੈ, ਰਾਈਟ। ਸੋ ਇਲੈਕਟ੍ਰੋਫੋਰੈਸਿਸ ਜਿਹੜੀ ਹੈ ਬੇਟਾ, ਉਹ ਜੈਲ ਦੇ ਉੱਤੇ ਪਰਫੋਰਮ ਕੀਤੀ ਜਾਂਦੀ ਹੈ। ਸਪੈਸ਼ਲੀ ਯੂਜ਼ਡ ਜਿਹੜੀ ਜੈਲ ਹੈ ਉਹ ਐਗਰੋਸ ਜੈਲ ਹੈ। ਅਸੀਂ ਮਾਰਕੀਟ ਤੋਂ ਐਗਰੋਸ ਜੈਲ ਲੈਂਦੇ ਹਾਂ। ਐਗਰੋਸ ਇਜ਼ ਅ ਪੋਲੀਸੈਕਰਾਈਡ। ਉਹਨੂੰ ਅਸੀਂ ਡਿਸਟਿਲਡ ਵਾਟਰ 'ਚ ਡਿਜ਼ੋਲਵ ਕਰਦੇ ਹਾਂ, ਜੈਲੀ ਲਾਈਕ ਇੱਕ ਅਪੀਅਰੈਂਸ ਆ ਜਾਂਦੀ ਹੈ। ਫਿਰ ਉਹਨੂੰ ਅਸੀਂ ਇੱਕ ਪਲੇਟ ਦੇ ਉੱਤੇ ਪੋਰ ਕਰਦੇ ਹਾਂ, ਤਾਂ ਉਹਦੇ ਉੱਤੇ ਅਸੀਂ DNA ਫਰੈਗਮੈਂਟਸ ਨੂੰ ਸੈਪਰੇਟ ਕਰਦੇ ਹਾਂ, ਠੀਕ ਹੈ ਜੀ। ਸੋ ਅਸੀਂ ਹੁਣ ਦੇਖਾਂਗੇ ਕਿ ਅਸੀਂ ਕਿਵੇਂ ਇਸ ਪ੍ਰੋਸੈਸ ਨੂੰ ਚਲਾਉਣਾ ਹੈ। ਫॉर दैट ਜਸਟ ਲੁੱਕ ਐਟ ਵਨ ਡਾਇਆਗ੍ਰਾਮ। ਸੀ ਹੁੰਦਾ ਕੀ ਹੈ ਬੇਟੇ, ਸਾਡੇ ਕੋਲ DNA ਦਾ ਇਹ ਸੈਂਪਲ ਹੈ, ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਵਾਇਲ ਹੈ, ਅਸੀਂ ਉਹਦੇ 'ਚ DNA ਸੈਂਪਲ ਲਿਆ, ਠੀਕ ਹੈ। ਸੋ ਬੇਟਾ ਦਿਸ ਇਜ਼, ਜਿਹੜੀ ਤੁਹਾਨੂੰ ਰੈਕਟੈਂਗੂਲਰ ਸ਼ੇਪ ਦੀ ਦਿਖ ਰਹੀ ਹੈ, ਦਿਸ ਇਜ਼ ਜੈਲ ਪਲੇਟ। ਇਹਦੇ ਉੱਤੇ ਅਸੀਂ ਉਹੀ ਐਗਰੋਸ ਜੈਲ ਨੂੰ ਪੋਰ ਕਰਤਾ। ਜੈਲ ਬਿਲਕੁਲ ਜੈਲੀ, ਜਿਵੇਂ ਆਪਾਂ ਖਾਂਦੇ ਹਾਂ ਨਾ ਜੈਲੀ, ਸਿਮਿਲਰਲੀ ਐਗਰੋਸ ਜੈਲ ਐਵੇਂ ਜੈਲੀ ਲਾਈਕ ਇੱਕ ਬਣ ਜਾਂਦੀ ਹੈ, ਤਾਂ ਅਸੀਂ ਇਹਨੂੰ ਜੈਲ ਪਲੇਟ ਦੇ ਵਿੱਚ ਪੋਰ ਕਰ ਦਿੰਦੇ ਹਾਂ। ਬੇਟਾ ਦੀਜ਼ ਆਰ ਦਾ 2 ਇਲੈਕਟ੍ਰੋਡਸ, ਕੈਥੋਡ ਐਂਡ ਐਨੋਡ, ਨੈਗੇਟਿਵ ਪੋਜ਼ੀਟਿਵ ਚਾਰਜ। ਦਿਸ ਇਜ਼ ਦਾ ਪਾਵਰ ਸਪਲਾਈ ਜਿਹੜੀ ਇੱਥੇ ਪਾਵਰ ਦੇ ਰਹੀ ਹੈ, ਇਲੈਕਟ੍ਰਿਕ ਕਰੰਟ ਦੇ ਰਹੀ ਹੈ, ਰਾਈਟ। ਇਸ ਐਗਰੋਸ ਜੈਲ 'ਤੇ ਬੇਟਾ ਅਸੀਂ ਨਾ ਵਿਦ ਦਾ ਹੈਲਪ ਆਫ ਅ ਕੌਂਬ, ਇਹਦੇ ਨਾਲ ਹੀ ਕੌਂਬ ਅਵੇਲੇਬਲ ਹੁੰਦੀ ਪੂਰੇ ਐਪਰੇਟਸ ਦੇ ਨਾਲ, ਉਹਨੂੰ ਅਸੀਂ ਇਹਦੇ ਵਿੱਚ ਪਾ ਕੇ ਨਾ ਇਹਦੇ ਵਿੱਚ ਇੱਕ ਵੈਲਸ ਬਣਾ ਲੈਂਦੀ ਹਾਂ, ਛੋਟੇ ਛੋਟੀਆਂ ਕੀ ਬਣਾ ਲੈਂਦੇ ਹਾਂ, ਵੈਲਸ। ਤਾਂ ਇਹਨਾਂ ਵੈਲਸ ਦੇ ਵਿੱਚ ਫਿਰ ਅਸੀਂ ਸੈਂਪਲ ਨੂੰ ਪੋਰ ਕਰਦੇ ਹਾਂ, ਸੈਂਪਲ ਪਾਉਂਦੇ ਹਾਂ, ਠੀਕ ਹੈ ਜੀ। ਤਾਂ ਇਹ ਸਾਰਾ ਜਿਹੜਾ ਪ੍ਰੋਸੈਸ ਚੱਲੇਗਾ ਇੱਕ ਬਫਰ ਦੇ ਵਿੱਚ ਚੱਲੇਗਾ, ਉਹਨੂੰ ਇਲੈਕਟ੍ਰੋਫੋਰੈਟਿਕ ਲਿਕੁਇਡ ਹੁੰਦਾ, ਇਲੈਕਟ੍ਰੋਫੋਰੈਟਿਕ ਬਫਰ, ਠੀਕ ਹੈ ਜੀ। ਹੁਣ ਅਸੀਂ ਕੀ ਕੀਤਾ, ਜਿਹੜਾ DNA ਦਾ ਸੈਂਪਲ ਉਹਨਾਂ ਨੂੰ ਇਸ ਵੈਲ ਦੇ ਵਿੱਚ ਪੋਰ ਕੀਤਾ ਬੇਟਾ, ਠੀਕ ਹੈ। ਜਿਹੜੀਆਂ ਔਰ ਜਿਹੜਾ ਇਹ ਸੈਂਪਲ ਇਹਦੇ ਵਿੱਚ ਮਿਕਸਚਰ ਆਫ ਫਰੈਗਮੈਂਟਸ ਹੈ, ਜਿਹੜੀਆਂ ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਨੇ ਕੱਟ ਕੀਤੀਆਂ, ਠੀਕ ਹੈ। ਅਸੀਂ ਉਹਨਾਂ ਫਰੈਗਮੈਂਟਸ ਨੂੰ ਸਟੇਨ ਕਰਦੇ ਹਾਂ ਬੇਟਾ ਵਿਦ ਦਾ ਹੈਲਪ ਆਫ ਅ ਡਾਈ। ਇੱਕ ਡਾਈ ਹੈ ਸਾਡੇ ਕੋਲ, ਇਥੀਡੀਅਮ ਬ੍ਰੋਮਾਈਡ। DNA ਨੂੰ ਅਸੀਂ ਸਟੇਨ ਕੀਤਾ ਵਿਦ ਦਾ ਹੈਲਪ ਆਫ ਅ ਡਾਈ ਇਥੀਡੀਅਮ ਬ੍ਰੋਮਾਈਡ। ਬੇਟਾ ਵਾਈ, ਕਿਉਂਕਿ ਜਿਹੜੀ ਇਹ ਬੇਟਾ ਜੈਲ ਹੈ ਇਹ ਟਰਾਂਸਲੂਸੈਂਟ ਜੀ ਹੈ, ਅਤੇ DNA ਦਾ ਵੀ ਸੇਮ ਹੀ ਹੋਊਗਾ। ਅਤੇ ਜਦੋਂ DNA ਦੇ ਉੱਤੇ ਮੂਵ ਕਰੇਗਾ ਸਾਨੂੰ ਦਿਖਾਈ ਕਿੱਦਾਂ ਦੇਗਾ। ਫॉर ਵਿਜ਼ੂਅਲਾਈਜੇਸ਼ਨ ਅਸੀਂ DNA ਦੀ ਫਰੈਗਮੈਂਟ ਨੂੰ ਸਟੇਨ ਕਰਦੇ ਹਾਂ ਵਿਦ ਦਾ ਹੈਲਪ ਆਫ ਇਥੀਡੀਅਮ ਬ੍ਰੋਮਾਈਡ ਡਾਈ, ਫੋਲੋਡ ਬਾਏ, ਜਦੋਂ ਅਸੀਂ ਇਹਨੂੰ ਬਾਅਦ ਵਿੱਚ ਨਾ UV ਰੇਡੀਏਸ਼ਨ ਇੱਥੇ ਫੋਲ ਕਰਾਵਾਂਗੇ, ਤਾਂ UV ਰੇਡੀਏਸ਼ਨ ਦੀ ਪ੍ਰੈਜ਼ੈਂਸ 'ਚ DNA ਦਾ ਔਰੇਂਜ ਕਲਰ ਦੇ ਬੈਂਡਸ ਬਣਾਊਗਾ, ਠੀਕ ਹੈ। ਉਹ ਆਪਾਂ ਲੇਟਰ ਔਨ ਡਿਸਕਸ ਕਰਦੇ ਹਾਂ। ਹੁੰਦਾ ਕੀ ਹੈ ਬੇਟਾ, ਅਸੀਂ ਇਸ ਵੈਲਸ ਦੇ ਵਿੱਚ ਅਸੀਂ ਕੀ ਪੋਰ ਕਰ ਦਿੱਤਾ, ਅਸੀਂ DNA ਦਾ ਸੈਂਪਲ ਪੋਰ ਕਰ ਦਿੱਤਾ, ਜਿਹਨੂੰ ਅਸੀਂ ਸਟੇਨ ਕੀਤਾ ਹੋਇਆ ਸੀ ਵਿਦ ਇਥੀਡੀਅਮ ਬ੍ਰੋਮਾਈਡ, ਓਕੇ। ਅਸੀਂ ਫਿਰ ਕਰੰਟ ਅਪਲਾਈ ਕੀਤਾ, ਪਾਵਰ ਸਪਲਾਈ ਨੇ ਕਰੰਟ ਦਿੱਤਾ ਕੈਥੋਡ ਐਨੋਡ। ਹੁਣ ਸਾਨੂੰ ਪਤਾ ਹੈ ਵਾਈ ਦੀਜ਼ ਵੈਲਸ ਆਰ ਔਨ ਦ ਕੈਥੋਡ ਸਾਈਡ, ਕੈਥੋਡ ਵਾਲੀ ਸਾਈਡ 'ਤੇ ਕਿਉਂ ਹੈ, ਬਿਕੋਜ਼ DNA ਨੈਗੇਟਿਵਲੀ ਚਾਰਜ, ਉਹਨੇ ਕਿੱਧਰ ਨੂੰ ਮੂਵ ਕਰਨਾ, ਪੋਜ਼ੀਟਿਵ। ਇੱਥੇ ਵੀ ਬਣਾ ਸਕਦੇ ਸੀ ਅਸੀਂ ਵੈਲ, ਬਟ ਨਹੀਂ, ਇੱਥੇ ਤਾਂ ਬਣਾਉਂਦੇ ਸੋ ਦੈਟ ਉਹਨਾਂ ਨੂੰ ਜ਼ਿਆਦਾ ਡਿਸਟੈਂਸ ਮਿਲ ਜਾਏ ਔਰ ਸੈਪਰੇਸ਼ਨ ਪ੍ਰੋਪਰ ਹੋ ਸਕੇ। ਸੋ ਅਸੀਂ ਪੋਰ ਕੀਤਾ, ਪਾਵਰ ਸਪਲਾਈ ਦਿੱਤੀ। ਹੋਇਆ ਕੀ ਬੇਟਾ, ਹੌਲੀ ਹੌਲੀ ਕਰਦਿਆਂ DNA ਦੀ ਫਰੈਗਮੈਂਟਸ ਨੇ ਮੂਵ ਕਰਨਾ ਸ਼ੁਰੂ ਕਰ ਦਿੱਤਾ, ਰਾਈਟ। ਸੋ ਜਦੋਂ DNA ਦੀ ਫਰੈਗਮੈਂਟਸ ਨੇ ਮੂਵ ਕਰਨਾ ਸ਼ੁਰੂ ਕਰ ਦਿੱਤਾ, ਅਸੀਂ ਦੇਖਿਆ ਜਿੰਨਾ ਉਸ ਫਰੈਗਮੈਂਟ ਦਾ ਸਾਈਜ਼ ਛੋਟਾ ਹੋਏਗਾ, ਠੀਕ ਹੈ, ਜਿੰਨਾ ਕਿਸੇ ਫਰੈਗਮੈਂਟ ਦਾ ਸਾਈਜ਼ ਛੋਟਾ ਹੋਏਗਾ ਉਹ ਓਨੀ ਹੀ ਦੂਰ ਮੂਵ ਕਰੇਗੀ, ਰਾਈਟ। ਮੀਨਸ ਸਮਾਲਰ ਦ ਫਰੈਗਮੈਂਟ ਸਾਈਜ਼ ਦ ਫਾਰਦਰ ਇਟ ਮੂਵਸ, ਰਾਈਟ। ਸੋ ਹੌਲੀ ਹੌਲੀ ਕਰਦਿਆਂ DNA ਜਿਹੜਾ ਹੈ ਉਹ DNA ਦੀ ਫਰੈਗਮੈਂਟਸ ਮੂਵ ਕਰਨਾ ਸ਼ੁਰੂ ਕਰ ਦੇਣਗੀਆਂ। ਜਿਹੜੀਆਂ DNA ਦੀ ਫਰੈਗਮੈਂਟਸ ਸੈਪਰੇਟ ਹੋਣਗੀਆਂ, ਦੇ ਆਰ separated on the basis or according to their size through sieving effect.
ਸੀਵਿੰਗ ਹੁੰਦਾ ਬੇਟਾ ਕਿਸੇ ਚੀਜ਼ ਦੇ ਵਿੱਚ ਸਮਝ ਲਓ ਪੋਰਸ ਨੇ, ਛੋਟੇ ਛੋਟੇ ਸੀਵਸ ਨੇ। ਸੋ ਜੈਲ ਦੇ ਵਿੱਚ ਇੱਦਾਂ ਛੋਟੇ ਛੋਟੇ ਸੀਵਸ ਹੁੰਦੇ ਨੇ ਜਿਹਦੇ ਥਰੂ ਇਹ DNA ਮੂਵ ਕਰਦਾ ਹੈ। ਛੋਟੀਆਂ ਛੋਟੀਆਂ ਫਰੈਗਮੈਂਟਸ ਫਾਰਦਰ ਮੂਵ ਕਰਨਗੀਆਂ ਜ਼ਿਆਦਾ ਅੱਗੇ ਤੱਕ, ਕਿਉਂਕਿ ਜਿੰਨਾ ਸਮੌਲ ਛੋਟਾ ਉਹਨਾਂ ਦਾ ਮੋਲੈਕੂਲਰ weight ਉਨਾ ਘੱਟ ਹੋਏਗਾ, ਜਿੰਨੀ ਵੱਡੀ ਉਹਨਾਂ ਮੋਲੈਕੂਲਰ weight ਜ਼ਿਆਦਾ ਹੋਏਗਾ ਉਹ ਘੱਟ ਮੂਵ ਕਰਨਗੀਆਂ। ਸੋ ਹੌਲੀ ਹੌਲੀ ਕਰਦਿਆਂ ਦ ਡਿਫਰੈਂਟ ਫਰੈਗਮੈਂਟਸ ਆਫ DNA ਸੈਪਰੇਟਿਡ, ਫਰੈਗਮੈਂਟ ਸੈਪਰੇਟ ਹੋ ਗਈਆਂ ਜੀ। ਸੈਪਰੇਟਿਡ ਫਰੈਗਮੈਂਟਸ ਨੂੰ ਹੁਣ ਅਸੀਂ ਜੇ ਦੇਖਣਾ ਹੈ ਤਾਂ ਅਸੀਂ ਹੁਣ ਪਹਿਲਾਂ ਵੀ ਕਰ ਸਕਦੇ, ਤੇ ਹੁਣ ਚਾਹੇ ਤੁਸੀਂ ਹੁਣ ਫਰੈਗਮੈਂਟ ਇਹਨੂੰ ਡਿਪ ਕਰ ਦਿਓ ਜੈਲ ਨੂੰ ਇਥੀਡੀਅਮ ਬ੍ਰੋਮਾਈਡ ਦੇ ਵਿੱਚ, ਐਂਡ ਉਸ ਤੋਂ ਬਾਅਦ UV ਰੇਡੀਏਸ਼ਨ ਇੱਥੇ ਫਾਲ ਕਰਾਓ। ਜਦੋਂ ਅਸੀਂ ਇੱਥੇ UV ਰੇਡੀਏਸ਼ਨ ਬੇਟਾ ਫਾਲ ਕਰਾਵਾਂਗੇ ਬ੍ਰਾਈਟ ਔਰੇਂਜ ਕਲਰ ਦੇ, ਦੇਖੋ ਮੈਂ ਇੱਥੇ ਔਰੇਂਜ ਕਲਰ ਦੇ ਬੈਂਡਸ ਬਣਾਏ ਨੇ, ਬ੍ਰਾਈਟ ਔਰੇਂਜ ਕਲਰ ਦੇ ਬੈਂਡਸ ਜਿਹੜੇ ਨੇ ਉਹ ਬਣ ਜਾਣਗੇ। ਠੀਕ ਹੈ ਜੀ, ਸਾਨੂੰ ਪਤਾ ਲੱਗ ਗਿਆ ਕਿ ਫਰੈਗਮੈਂਟ ਸੈਪਰੇਟ ਹੋ ਗਿਆ। ਅੱਛਾ ਬੇਟਾ ਜਿਹੜੀ ਸਾਡੀ ਇਹਨਾਂ ਚੋਂ ਸਾਡੀ ਜਿਹੜੀ ਡਿਜ਼ਾਇਰਡ DNA ਫਰੈਗਮੈਂਟ ਸੀਗੀ, ਓਬਵੀਅਸਲੀ ਉਹ ਪੂਰਾ DNA ਤਾਂ ਨਹੀਂ ਸੀ, ਉਹ ਤਾਂ ਛੋਟੀ ਜਿਹੀ ਫਰੈਗਮੈਂਟ ਸੀ। ਜੋ ਛੋਟੀਆਂ ਛੋਟੀਆਂ ਫਰੈਗਮੈਂਟ ਜਿਹੜੀਆਂ ਅੱਗੇ ਅੱਗੇ ਆ ਜਾਣਗੀਆਂ ਸਾਨੂੰ ਪਤਾ ਲੱਗੇਗਾ ਕਿ ਉਹੀ ਸਾਡੀਆਂ ਡਿਜ਼ਾਇਰਡ DNA ਫਰੈਗਮੈਂਟਸ ਹੋਣਗੀਆਂ। ਠੀਕ ਹੈ, ਸੋ ਡਿਜ਼ਾਇਰਡ DNA ਫਰੈਗਮੈਂਟਸ ਨੂੰ ਹੁਣ ਇਹਨਾਂ ਬੈਂਡਸ ਚੋਂ ਅਸੀਂ ਸੈਪਰੇਟ ਕਰਨਾ ਹੈ। ਸੋ ਬੇਟਾ ਇੱਥੇ ਅਸੀਂ ਇੱਕ ਪ੍ਰੋਸੈਸ ਪੜਾਂਗੇ, ਉਹਦਾ ਨਾਮ ਹੈ ਇਲਿਊਜ਼ਨ। ਸੋ ਬੇਟਾ ਵਾਟ ਇਜ਼ ਇਲਿਊਜ਼ਨ? ਜਿਹੜੀਆਂ DNA ਦੀਆਂ ਫਰੈਗਮੈਂਟ ਸੈਪਰੇਟ ਹੋ ਗਈਆਂ ਨੇ ਦੇ ਆਰ ਕੱਟ ਆਊਟ ਫਰੋਮ ਦਾ ਐਗਰੋਸ ਜੈਲ। ਅਸੀਂ ਇਹਨੂੰ ਐਗਰੋਸ ਜੈਲ, ਜਿੱਦਾਂ ਅਸੀਂ ਛੋਟੇ ਛੋਟੇ ਕੱਟ ਲਗਾ ਕੇ ਨਾ ਜੈਲ ਸਮੇਤ ਹੀ ਉਹਨਾਂ ਫਰੈਗਮੈਂਟਸ ਨੂੰ, ਉਹਨਾਂ ਬੈਂਡਸ ਨੂੰ ਸੈਪਰੇਟ ਕਰਾਂਗੇ, ਤੇ ਫਿਰ ਲੇਟਰ ਔਨ ਅਸੀਂ ਜੈਲ ਪੀਸ ਦੇ ਵਿੱਚੋਂ DNA ਨੂੰ ਐਕਸਟਰੈਕਟ ਕਰ ਲਾਂਗੇ। ਦ ਪ੍ਰੋਸੈਸ ਆਫ ਐਕਸਟਰੈਕਸ਼ਨ ਆਫ ਔਰ ਦਿਸ ਸਟੈਪ ਇਜ਼ ਕਾਲਡ ਐਜ਼ ਇਲਿਊਜ਼ਨ। ਮੀਨਸ ਉਹ ਜਿਹੜੀ DNA ਦੀ ਫਰੈਗਮੈਂਟਸ ਸੈਪਰੇਟ ਹੋਈਆਂ ਨੇ, ਸੌਰੀ ਜੈਲ ਦੇ ਵਿੱਚੋਂ ਅਸੀਂ DNA ਨੂੰ ਸੈਪਰੇਟ ਕੀਤਾ, DNA ਦੀ ਫਰੈਗਮੈਂਟਸ ਨੂੰ ਐਗਰੋਸ ਜੈਲ ਨੂੰ ਕੱਟ ਕੇ, ਸੋ ਉਹਨੂੰ ਅਸੀਂ ਕੀ ਬੋਲਦੇ ਹਾਂ? ਇਲਿਊਜ਼ਨ। ਕੀ ਬੋਲਦੇ ਹਾਂ? ਇਲਿਊਜ਼ਨ। ਠੀਕ ਹੈ ਜੀ। ਸੋ ਬੇਟਾ ਆਪਾਂ ਕੀ ਕੀਤਾ, ਆਪਾਂ ਜੋ ਅੱਜ ਪੜ੍ਹ ਰਹੇ ਹਾਂ ਉਹ ਹੈ ਸਾਡੇ ਕੋਲ ਕਿ ਕਿਵੇਂ ਕੰਪਲੀਟ ਪ੍ਰੋਸੈਸ ਆਫ ਰੀਕੌਮਬੀਨੈਂਟ DNA ਟੈਕਨੋਲੋਜੀ ਚੱਲਦਾ। ਅਸੀਂ ਕਰਦੇ ਕੀ ਪਏ ਹਾਂ? ਅਸੀਂ ਸਭ ਤੋਂ ਪਹਿਲਾਂ ਜਿਹਦੇ ਵਿੱਚੋਂ ਅਸੀਂ DNA ਕੱਢਣਾ ਹੈ, ਅਸੀਂ ਉਸ ਸੈੱਲ ਚੋਂ, ਬੈਕਟੀਰੀਆ ਹੋ ਸਕਦਾ ਹੈ, ਕੋਈ ਐਨੀਮਲ ਸੈੱਲ, ਕੋਈ ਪਲਾਂਟ ਸੈੱਲ, ਕੋਈ ਐਸਕਰਸ਼ੀਆ ਕੋਲਾਈ, ਕੋਈ ਬੈਕਟੀਰੀਆ ਹੋ ਗਿਆ, ਫੰਗਸ ਹੋ ਗਈ, ਜਿਹਦੇ ਚੋਂ ਅਸੀਂ DNA ਆਈਸੋਲੇਟ ਕਰਨਾ। ਸਭ ਤੋਂ ਪਹਿਲਾਂ ਅਸੀਂ DNA ਨੂੰ ਆਈਸੋਲੇਟ ਕਰ ਲੈਂਦੇ ਹਾਂ। ਫਿਰ ਅਸੀਂ ਕੀ ਕਰਦੇ ਹਾਂ? ਰਿਸਟ੍ਰਿਕਸ਼ਨ ਐਂਡੋਨਿਊਕਲੀਅਸ ਐਂਜ਼ਾਈਮ ਦੀ ਮਦਦ ਨਾਲ ਉਹਨੂੰ ਕੱਟ ਕਰਦੇ ਹਾਂ। ਜਦੋਂ ਐਂਜ਼ਾਈਮ ਦੀਆਂ ਛੋਟੀਆਂ ਛੋਟੀਆਂ ਫਰੈਗਮੈਂਟਸ ਬਣ ਗਈਆਂ, ਫਿਰ ਉਹਨਾਂ ਫਰੈਗਮੈਂਟਸ ਨੂੰ ਅਸੀਂ ਕੀ ਦਿੰਦੇ ਹਾਂ? ਸੈਪਰੇਸ਼ਨ। ਸੈਪਰੇਟ ਕਰਦੇ ਹਾਂ ਵਿਦ ਦਾ ਹੈਲਪ ਆਫ, ਕਿੱਦਾਂ ਸੈਪਰੇਟ ਕਰੋਗੇ ਉਹਨਾਂ ਫਰੈਗਮੈਂਟਸ ਨੂੰ ਛੋਟੀਆਂ ਛੋਟੀਆਂ? ਬਾਈ ਯੂਜ਼ਿੰਗ ਐਗਰੋਸ ਜੈਲ ਇਲੈਕਟ੍ਰੋਫੋਰੈਸਿਸ, ਜੋ ਅਸੀਂ ਹੁਣ ਡਿਟੇਲ ਦੇ ਵਿੱਚ ਪੜ੍ਹ ਕੇ ਆਏ ਹਾਂ। ਠੀਕ ਹੈ, ਸੋ ਐਗਰੋਸ ਜੈਲ ਇਲੈਕਟ੍ਰੋਫੋਰੈਸਿਸ ਨੂੰ, ਐਗਰੋਸ ਜੈਲ ਨੂੰ ਪ੍ਰਿਪੇਅਰ ਕੀਤਾ ਜਾਂਦਾ ਡਿਸਟਿਲਡ ਵਾਟਰ 'ਚ ਜਾਂ ਹੌਟ ਵਾਟਰ 'ਚ। ਫਰੈਗਮੈਂਟਸ ਆਫ DNA ਨੂੰ ਸਟੇਨ ਕੀਤਾ ਜਾਂਦਾ ਡਾਈ ਦੇ ਨਾਲ, ਇਥੀਡੀਅਮ ਬ੍ਰੋਮਾਈਡ, ਐਂਡ UV ਰੇਡੀਏਸ਼ਨ ਉੱਤੇ ਫਾਲ ਕਰਾਈਆਂ ਜਾਂਦੀਆਂ। ਦੈਨ ਫਰੈਗਮੈਂਟਸ ਜਿਹੜੀਆਂ ਉਹ ਮੂਵ ਕਰਦੀਆਂ ਨੇ ਫਰੋਮ ਐਨੋਡ ਟੂਵਰਡਸ ਦਾ ਐਨੋਡ, ਕਿਉਂਕਿ DNA ਨੈਗੇਟਿਵਲੀ ਚਾਰਜ ਹੈ, ਐਨੋਡ ਜਿਹੜੀ ਉਹ ਪੋਜ਼ੀਟਿਵ ਹੈ, ਅਤੇ ਨੈਗੇਟਿਵ ਚੀਜ਼ ਪੋਜ਼ੀਟਿਵ ਵੱਲ ਮੂਵ ਕਰਦੀ ਹੈ। ਰਾਈਟ, ਉਸ ਤੋਂ ਬਾਅਦ ਫਰੈਗਮੈਂਟਸ ਨੂੰ ਸੈਪਰੇਟ ਕੀਤਾ ਜਾਂਦਾ ਹੈ, ਉਹ ਤੁਹਾਨੂੰ ਦੱਸ ਦਿੱਤਾ। ਇਲਿਊਜ਼ਨ ਉਸ ਪ੍ਰੋਸੈਸ ਨੂੰ ਅਸੀਂ ਕਹਿੰਦੇ ਹਾਂ। ਰਾਈਟ, ਸੋ ਇਸ ਤਰੀਕੇ ਨਾਲ ਤੁਹਾਨੂੰ ਜੈਲ ਦਿਖਾਈ ਦਿੰਦੀ ਹੈ। ਜਦੋਂ ਅਸੀਂ ਜੈਲ ਨੂੰ ਦੇਖਦੇ ਹਾਂ, ਲਾਰਜਰ ਫਰੈਗਮੈਂਟ ਪਿੱਛੇ ਰਹਿ ਜਾਂਦੀਆਂ, ਸਮੋਲਰ ਜਿਹੜੀਆਂ ਉਹ ਅੱਗੇ ਅੱਗੇ ਮੂਵ ਕਰ ਜਾਂਦੀਆਂ। ਠੀਕ ਹੈ, ਸੋ ਜਿਹੜੀ ਬੇਟਾ ਲੇਨ 1 ਹੈ, ਠੀਕ ਹੈ ਜੀ, ਲੇਨ 1 ਤੁਸੀਂ ਦੇਖ ਸਕਦੇ ਹੋ, ਉਹ ਹੈਗੀਆਂ ਨੇ ਸਾਡੇ ਕੋਲ ਅਨਡਾਈਜੈਸਟਿਡ ਫਰੈਗਮੈਂਟਸ, ਐਂਡ ਡਾਈਜੈਸਟਿਡ ਸੈੱਟ ਆਫ ਫਰੈਗਮੈਂਟਸ ਤੁਹਾਨੂੰ ਲੇਨ 2, 3 ਅਤੇ 4 'ਚ ਦਿਖਣਗੀਆਂ, ਕਿਉਂਕਿ ਬੇਟਾ 1 ਦੇ ਵਿੱਚ ਵੱਡੀ ਫਰੈਗਮੈਂਟ ਦਾ ਮਤਲਬ ਹੈ ਕਿ ਉਹ ਜ਼ਿਆਦਾ ਮੂਵ ਨਹੀਂ ਕਰੇਗੀ, ਜਿੰਨੀਆਂ ਛੋਟੀਆਂ ਫਰੈਗਮੈਂਟਸ ਹੋਣਗੀਆਂ ਉਹ ਅੱਗੇ 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 ਮੂਵ ਕਰ ਜਾਣਗੀਆਂ। ਠੀਕ ਹੈ, 1 2 3 4 ਇੱਥੇ ਲਿਖਿਆ ਹੋਇਆ। ਦੈਨ ਫਰੈਗਮੈਂਟਸ ਨੂੰ ਮੂਵ ਕੀਤਾ ਜਾਂਦਾ ਹੈ, DNA ਨੂੰ ਓਬਜ਼ਰਵ ਕੀਤਾ ਜਾਂਦਾ, ਫਿਰ ਇਹਨੂੰ ਜਿਹੜੀਆਂ ਫਰੈਗਮੈਂਟਸ ਨੇ ਉਹਦਾ ਅੱਗੇ ਕੀ ਹੁੰਦਾ ਉਹ ਅਸੀਂ ਨੈਕਸਟ ਸਟੈਪ ਦੇਖਦੇ ਹਾਂ। ਨੈਕਸਟ ਸਟੈਪ ਸਾਡੇ ਕੋਲ ਜੈਲ ਇਲੈਕਟ੍ਰੋਫੋਰੈਸਿਸ ਤੋਂ ਬਾਅਦ ਨੈਕਸਟ ਸਟੈਪ ਸਾਡੇ ਕੋਲ ਕੀ ਆਉਂਦਾ? ਆਈਸੋਲੇਸ਼ਨ ਆਫ ਦੈਟ ਡਿਜ਼ਾਇਰਡ DNA ਸੈਗਮੈਂਟ ਕਰਕੇ, ਜਿਹੜੀ ਡਿਜ਼ਾਇਰਡ ਚਾਹੀਦੀ, ਹੁਣ ਸਾਰੀਆਂ ਸੈਪਰੇਟ ਕਰ ਲਈਆਂ, ਉਹਨਾਂ 'ਚੋਂ ਜਿਹੜੀ ਡਿਜ਼ਾਇਰਡ ਤੁਹਾਨੂੰ ਚਾਹੀਦੀ ਹੈ ਉਹਨੂੰ ਸੈਪਰੇਟ ਕਰੋ ਅਤੇ ਵੈਕਟਰ ਦੇ ਵਿੱਚ ਉਹਨੂੰ ਜੋੜ ਦਿਓ। ਠੀਕ ਹੈ ਜੀ, ਸੋ ਨੈਕਸਟ ਸਟੈਪ ਸਾਡੇ ਕੋਲ ਕੀ ਆ ਗਿਆ? isolation of desired DNA segment and ligation of a DNA fragment into vector. So desired DNA fragment ਨੂੰ ਅਸੀਂ select ਕੀਤਾ, ਜਿਸ ਵੈਕਟਰ 'ਚ ਇਨਸਰਟ ਕਰਾਉਣਾ ਉੱਥੇ ਵੀ ਕੱਟ ਲਾਣਾ ਪੈਣਾ by using restriction endonuclease enzyme। ਵੈਕਟਰ 'ਚ ਕੱਟ ਲਾਤਾ, ਫਿਰ ਉਹ ਜੀਨ ਆਫ ਇੰਟਰਸਟ ਨੂੰ ਵੈਕਟਰ ਦੇ ਵਿੱਚ ਮਿਕਸ ਕੀਤਾ,
ਦੋਨਾਂ ਨੂੰ ਜੋੜਨ ਦੇ ਲਈ ਬੇਟਾ ਜੀਨ ਆਫ ਇੰਟਰਸਟ ਤੇ ਵੈਕਟਰ ਨੂੰ ਜੋੜਨ ਲਈ ਇੱਕ ਐਂਜ਼ਾਈਮ ਹੈ ਲਾਈਗੇਜ਼, ਉਹ ਯੂਜ਼ ਕੀਤੀ। ਤਾਂ ਜਦੋਂ ਦੋਨੋਂ ਜੁੜ ਗਏ, ਕੌਣ ਕੌਣ, ਵੈਕਟਰ ਪਲੱਸ ਜੀਨ ਆਫ ਇੰਟਰਸਟ, ਜਦੋਂ ਵੈਕਟਰ ਪਲੱਸ ਜੀਨ ਆਫ ਇੰਟਰਸਟ ਜੁੜ ਗਏ ਤਾਂ ਕੀ ਬਣਦਾ, ਹਾਈਬ੍ਰਿਡ ਡੀਐਨਏ ਔਰ ਕਾਈਮੈਰਿਕ ਡੀਐਨਏ। ਠੀਕ ਹੈ, ਹੁਣ ਨੈਕਸਟ ਸਟੈਪ ਕੀ ਹੈ ਬੇਟਾ, ਜਿਹੜਾ ਹਾਈਬ੍ਰਿਡ ਡੀਐਨਏ ਬਣ ਗਿਆ ਵੈਕਟਰ ਪਲੱਸ ਜੀਨ ਆਫ ਇੰਟਰਸਟ, ਉਹਨੂੰ ਹੋਸਟ ਦੇ ਵਿੱਚ ਇਨਸਰਟ ਕਰਨ ਤੋਂ ਪਹਿਲਾਂ ਅਸੀਂ ਉਹਦੀ ਐਂਪਲੀਫਿਕੇਸ਼ਨ ਕਰਦੇ ਹਾਂ ਬਾਈ ਯੂਜ਼ਿੰਗ ਪੀਸੀਆਰ, ਪੋਲੀਮਰੇਜ਼ ਚੇਨ ਰਿਐਕਸ਼ਨ। ਐਂਪਲੀਫਿਕੇਸ਼ਨ ਮੀਨਸ ਉਹਦੀਆਂ ਕਾਪੀਜ਼ ਬਣਾਉਣੀਆਂ। ਸੋ ਦ ਪ੍ਰੋਸੈਸ ਆਫ ਪੀਸੀਆਰ ਜਿਹੜਾ ਹੈ ਉਹ ਆਪਾਂ ਡਿਸਕਸ ਕਰਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ, ਰਾਈਟ। ਸੋ ਕਾਪੀਜ਼ ਬਣਾਉਣ ਤੋਂ ਬਾਅਦ ਫਿਰ ਅਸੀਂ ਉਹਨੂੰ ਹੋਸਟ ਦੇ ਵਿੱਚ ਇਨਸਰਟ ਕਰਾਵਾਂਗੇ। ਐਟ ਦ ਐਂਡ ਅਸੀਂ ਉਹ ਜਿਹੜਾ ਹੋਸਟ ਦੇ ਵਿੱਚ ਜਾ ਕੇ ਜਿਹੜਾ ਰੀਕੋmbinant ਡੀਐਨਏ ਜਦੋਂ ਆਪਣੇ ਆਪ ਨੂੰ ਐਕਸਪ੍ਰੈਸ ਕਰਾਏਗਾ, ਪ੍ਰੋਡਕਟ ਬਣਾਏਗਾ, ਅਸੀਂ ਉਸ ਪ੍ਰੋਡਕਟ ਨੂੰ ਐਕਸਟਰੈਕਟ ਕਰਾਂਗੇ। ਸੋ ਦਿਸ ਇਜ਼ ਆਲ ਅਬਾਊਟ various steps of involved in recombinant DNA technology and gel electrophoresis in detail.